ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਇਸ ਪਾਵਨ ਅਸਥਾਨ ਤੇ ਅੱਜ ਦੇ ਇਸ ਸੈਮੀਨਾਰ ਦੇ ਵਿੱਚ ਅਕਾਦਮਿਕ ਸੈਸ਼ਨ ਦੌਰਾਨ ਪ੍ਰਧਾਨਗੀ ਕਰ ਰਹੇ ਮੇਰੇ ਟੀਚਰ ਸਤਿਕਾਰਯੋਗ ਡਾਕਟਰ ਪਰਮਵੀਰ ਸਿੰਘ ਜੀ, ਇਸ ਅਸਥਾਨ ਤੇ ਸੰਚਾਲਕ ਅਤੀ ਸਤਿਕਾਰਯੋਗ ਬਾਬਾ ਅਮੀਰ ਸਿੰਘ ਜੀ, ਮੇਰੇ ਕੁਲੀਗਸ ਤੇ ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀਓ, ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਸਥਾਨ ਨਾਲ ਤਕਰੀਬਨ 21-22 ਸਾਲ ਦਾ ਰਿਸ਼ਤਾ ਹੈ। ਮੈਨੂੰ ਯਾਦ ਹੈ ਜਦੋਂ ਮੈਂ ਗੁਰਮਤਿ ਕਾਲਜ ਪਟਿਆਲਾ ਵਿਖੇ MA ਰਿਲੀਜੀਅਸ ਸਟੱਡੀਜ਼ ਕਰ ਰਿਹਾ ਸੀ ਅਤੇ ਮੇਰਾ ਇੱਕ ਸਹਿਪਾਠੀ ਸੀ ਗੁਲਸ਼ਨ ਸਿੰਘ। ਬਾਬਾ ਅਮੀਰ ਸਿੰਘ ਜੀ ਦੀ ਅਗਵਾਈ ਹੇਠ ਉਦੋਂ, ਕਿਉਂਕਿ ਇਹ ਵੀ ਨੌਜਵਾਨ ਅਵਸਥਾ 'ਚ ਸੀਗੇ, ਅਤੇ ਸੰਤ ਬਾਬਾ ਸੁੱਚਾ ਸਿੰਘ ਜੀ, ਉਹਨਾਂ ਦੀ ਪ੍ਰੇਰਨਾ ਦੇ ਨਾਲ ਗੁਲਸ਼ਨ ਸਿੰਘ ਉੱਥੇ ਗੁਰਮਤਿ ਕਾਲਜ ਪਟਿਆਲਾ ਵਿਖੇ ਇੱਥੋਂ ਪੜ੍ਹ ਕੇ ਸੰਗੀਤ ਦੀ ਵਿੱਦਿਆ ਲੈ ਕੇ ਅਤੇ MA ਕਰਨ ਆਇਆ ਸੀ। ਗੁਰੂ ਸਾਹਿਬ ਨੇ ਐਸੀ ਬਖਸ਼ਿਸ਼ ਕੀਤੀ, ਉਹਦੇ ਸਾਥ ਨਾਲ ਇੱਥੇ ਆਉਣਾ ਸ਼ੁਰੂ ਹੋਏ ਅਤੇ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਕਾਫੀ ਟਾਈਮ ਉਹਨਾਂ ਦੀ ਸੰਗਤ ਮਾਣੀ। ਮੈਨੂੰ ਬੈਠਿਆਂ ਨੂੰ ਉਹ ਸਮਾਂ ਯਾਦ ਆ ਰਿਹਾ ਸੀ ਜਦੋਂ ਬਾਬਾ ਜੀ ਨਾਲ ਉਹਨਾਂ ਦੇ ਕਮਰੇ ਵਿੱਚ ਰਾਤ ਨੂੰ ਬੈਠ ਕੇ ਬਚਨ ਉਹਨਾਂ ਦੇ ਸਰਵਣ ਕਰਦੇ ਸੀ। ਸੋ ਐਸੇ ਸੁਭਾਗ ਅਸਥਾਨ 'ਤੇ ਅੱਜ ਫਿਰ ਇੰਨੇ ਸਾਲਾਂ ਬਾਅਦ, ਵੈਸੇ ਤਾਂ ਬਾਬਾ ਜੀ ਹਰ ਸਾਲ ਹੀ ਸੈਮੀਨਾਰ ਉਲੀਕਦੇ ਆ ਅਤੇ ਬੜੇ ਮਾਣ ਨਾਲ ਇੱਥੇ ਸੱਦਦੇ ਨੇ, ਹਾਜ਼ਰੀਆਂ ਭਰੀ ਦੀਆਂ। ਸ਼ੁਕਰਾਨਾ ਇਹਨਾਂ ਦਾ, ਧੰਨਵਾਦ ਹੈ। ਸੋ ਅੱਜ ਦੇ ਇਸ ਸੈਮੀਨਾਰ ਵਿੱਚ ਮੇਰੇ ਜਿਹੜੇ ਪੇਪਰ ਦਾ ਵਿਸ਼ਾ ਹੈ ਉਹ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਚਰਿੱਤਰ ਭੱਟ-ਵਹੀਆਂ ਦੇ ਵਿਸ਼ੇਸ਼ ਹਵਾਲੇ ਵਿੱਚ। ਮੈਂ ਬੇਨਤੀ ਪਹਿਲਾਂ ਇਹ ਕਰ ਦੇਵਾਂ ਕਿ ਅਤੀ ਸਤਿਕਾਰਯੋਗ ਡਾਕਟਰ ਅਨੁਰਾਗ ਸਿੰਘ ਜੀ ਨੇ ਬੇਸ਼ੱਕ ਪਹਿਲਾਂ ਭੱਟ-ਵਹੀਆਂ ਬਾਰੇ ਆਪਣੇ ਵਿਚਾਰ ਦਿੱਤੇ ਨੇ, ਪਰੰਤੂ ਜੇ ਧੁੱਪ ਹੈ ਤਾਂ ਛਾਂ ਵੀ ਹੈ। ਹਰ ਇੱਕ ਚੀਜ਼ ਦੇ ਦੋ ਐਂਗਲਸ ਹੁੰਦੇ ਆ। ਇਹਨਾਂ ਦੀ ਗੱਲ ਠੀਕ ਹੈ, ਵਧੀਆ ਗੱਲ ਕੀਤੀ ਹੈ ਇਹਨਾਂ ਨੇ ਕਿ ਭੱਟ-ਵਹੀਆਂ ਦੇ ਵਿੱਚ ਕੁਝ ਮਿਤੀਆਂ ਤਿਥੀਆਂ ਗਲਤ ਨੇ, ਪਰੰਤੂ ਮੇਰਾ ਦੇਖਣ ਦਾ ਨਜ਼ਰੀਆ ਕੁਛ ਹੋਰ ਹੈ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ, ਸਾਨੂੰ ਸਿਖਾਇਆ ਬਾਣੀ, ਕਿਉਂਕਿ ਵੇ ਆਫ ਲਾਈਫ ਹੈ, ਤਾਂ ਸਾਨੂੰ ਜੀਵਨ ਜਾਂਚ ਸਿਖਾਉਂਦੇ ਆ। ਗੁਰੂ ਸਾਹਿਬ ਕਹਿੰਦੇ ਸਾਂਝ ਕੀਜੈ ਗੁਨਾਹ ਕੇਰੀ ਛੋੜ ਅਵਗਨ ਚੱਲੀ ਆ। ਜੇ ਆਪਾਂ ਇਸ ਸਿਧਾਂਤ ਨੂੰ ਇਸ ਸਮੇਂ ਲਾਗੂ ਕਰੀਏ ਤਾਂ ਮੇਰਾ ਖਿਆਲ ਭੱਟ-ਵਹੀਆਂ ਦੇ ਵਿੱਚ ਸਾਨੂੰ
ਬਹੁਤ ਜ਼ਿਆਦਾ ਐਸੀ ਸਮੱਗਰੀ ਮਿਲਦੀ ਹੈ ਜਿਹੜੀ ਸ਼ਾਇਦ ਕਿਸੇ ਹੋਰ ਗ੍ਰੰਥ ਵਿੱਚ ਨਹੀਂ ਮਿਲਦੀ। ਭੱਟਵਈਆਂ ਦੀ ਕੀ ਇੰਪੋਰਟੈਂਸ ਹੈ, ਭੱਟ ਕੌਣ ਸੀਗੇ, ਇਹ ਆਪਾਂ ਗੱਲਾਂ ਨਾਲੋਂ ਨਾਲ ਕਰਾਂਗੇ। ਉਹ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕੀ ਇਹਨਾਂ ਵਹੀਆਂ ਵਿੱਚ ਪ੍ਰਵਚਨ ਮਿਲਦੇ ਆ, ਉਹ ਆਪਾਂ ਸਾਂਝੇ ਕਰਾਂਗੇ। ਮੁੱਢਲੇ ਰੂਪ ਦੇ ਵਿੱਚ ਮੈਂ ਬੇਨਤੀ ਜੇ ਕਰਾਂ ਆਪ ਜੀ ਨੂੰ, ਤਾਂ ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦਾ ਅਧਿਐਨ ਕਰਨਾ ਹੋਵੇ, ਪਹਿਲਾਂ ਤਾਂ ਇੱਥੋਂ ਮੈਂ ਖਿਮਾ ਮੰਗ ਲੈਣਾ ਇਸ ਗੱਲ 'ਤੇ, ਕਿਉਂਕਿ ਡਾਕਟਰ ਬਲਕਾਰ ਸਿੰਘ ਜੀ ਜਿਹੜੀ ਗੱਲ ਕਹਿ ਕੇ ਗਏ ਸੀਗੇ ਕਿ ਉਹ ਦਸੇ ਸਰੂਪਾਂ ਨੂੰ ਇੱਕ ਜੋਤ ਸਮਝਦੇ ਹੋਏ ਇੱਕ ਗੁਰੂ ਕਹਿ ਰਹੇ ਨੇ, ਉਸ ਗੱਲ ਨੂੰ ਮੈਂ ਵੱਡੀ ਕਰਦਾ। ਜਦੋਂ ਐਮਫਿਲ ਕਰ ਰਹੇ ਸੀ PhD ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਵਿਖੇ, ਅਤੇ ਸਾਡੇ ਇੱਕ ਟੀਚਰ ਨੇ ਗੱਲ ਸੁਣਾਈ ਸੀ, ਮੈਨੂੰ ਚੇਤੇ ਆ ਰਹੀ ਹੈ। ਉਹਨਾਂ ਨੇ ਇੱਕ ਵਿਦਵਾਨ ਦੇ ਹਵਾਲੇ ਨਾਲ ਦੱਸਿਆ ਸੀ, R.K. ਤ੍ਰਿਪਾਠੀ। ਉਹਨਾਂ ਦੀ ਇੱਕ ਸਟੇਟਮੈਂਟ ਸੁਣਾਈ ਸੀ, ਮੈਨੂੰ ਅੱਜ ਚੇਤੇ ਆ ਰਹੀ ਹੈ। ਕਹਿੰਦੇ, ਇਟ ਇਜ਼ ਰੋਂਗ ਟੂ ਸੇ that there were 10 gurus. It is wrong to say that there were 10 gurus. In fact, Guru Nanak gave us 10 opportunities to understand him. ਕਹਿੰਦੇ ਇਹ ਕਹਿਣਾ ਗਲਤ ਹੈ ਕਿ ਸਾਡੇ 10 ਗੁਰੂ ਹੋਏ ਨੇ, ਬਲਕਿ ਗੁਰੂ ਨਾਨਕ ਨੇ ਸਾਨੂੰ 10 ਮੌਕੇ ਦਿੱਤੇ ਕਿ ਅਸੀਂ ਉਹਨੂੰ ਸਮਝ ਸਕੀਏ। ਸੋ ਬਾਣੀ ਵੀ ਕਹਿੰਦੀ ਹੈ, ਜੋ ਤੇ ਉਹ ਜੁਗਤ ਸਾਏ ਸਹਕਾਇਆ ਫੇਰ ਪਲਟੀ ਹੈ। ਇਸ ਸਿਧਾਂਤ ਦੇ ਅਨੁਸਾਰ ਗੁਰੂ ਨਾਨਕ ਨੂੰ, ਕਿਉਂਕਿ ਜੋਤ ਸਰੂਪ ਨੇ, ਆਪ ਪਰਮੇਸ਼ਰ ਨੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਤਾਂ ਉਹਨਾਂ ਦੇ ਫਿਰ ਜੀਵਨ ਨੂੰ ਸਮਝਣਾ, ਦੁਨਿਆਵੀ ਪੱਧਰ 'ਤੇ ਸਮਝਣਾ ਸੁਖੈਨ ਕਾਰਜ ਨਹੀਂ ਹੈ, ਕਿਉਂਕਿ ਉਹ ਆਪ ਜੋਤ ਸਰੂਪ ਨੇ, ਪਰੰਤੂ ਵਰਤਾਰਾ ਉਹਨਾਂ ਦਾ ਭੌਤਿਕ ਹੈ। ਭੌਤਿਕ ਵਰਤਾਰੇ ਨੂੰ ਦੇਖਦੇ ਹੋਏ ਆਪਾਂ ਕੁਛ ਮਾਤਰ ਉਹਨਾਂ ਦੇ ਜਿਹੜੇ ਕਾਰਜ ਨੇ, ਉਹਨਾਂ ਦਾ ਜਿਹੜਾ ਜਿਉਣ ਢੰਗ ਹੈ, ਜੀਵਨ ਸ਼ੈਲੀ ਹੈ, ਉਸ ਨੂੰ ਸਮਝ ਸਕਦੇ ਹਾਂ। ਸੋ ਉਸੇ ਭੌਤਿਕ ਵਰਤਾਰੇ ਦੇ ਪ੍ਰਸੰਗ ਵਿੱਚ ਜੀਵਨ ਚਰਿੱਤਰ ਸ਼ਬਦ ਮੈਂ ਵਰਤ ਰਿਹਾ ਆਪਣੇ ਪੇਪਰ ਦੇ ਵਿੱਚ। ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦਾ ਅਧਿਐਨ ਕਰਦੇ ਹਾਂ, ਤਾਂ ਸਾਨੂੰ ਅਕਾਦਮਿਕ ਪੱਧਰ ਉੱਤੇ 3 ਪ੍ਰਕਾਰ ਦੇ ਸਰੋਤ ਪ੍ਰਾਪਤ ਹੁੰਦੇ ਆ। ਪਹਿਲੇ ਗੁਰਮੁਖੀ ਸਰੋਤ ਨੇ, ਦੂਜੇ ਫਾਰਸੀ ਸਰੋਤ ਨੇ, ਤੀਜੇ ਅਸਾਮੀ ਸਰੋਤ ਨੇ। ਡਾਕਟਰ ਪਿਆਰ ਸਿੰਘ ਨੇ ਇਹਨਾਂ ਦੀ ਬੜੀ ਸੁੰਦਰ ਵਿਆਖਿਆ ਕੀਤੀ ਹੈ। ਜਿਹੜੇ ਇਹ 3 ਸਰੋਤ ਨੇ, ਇਹਨਾਂ ਵਿੱਚੋਂ ਕਿਉਂਕਿ ਪਹੁੰਚ ਆਮ ਵਿਦਵਾਨਾਂ ਦੀ ਗੁਰਮੁਖੀ ਤੱਕ ਹੈ, ਫਾਰਸੀ ਅਤੇ ਅਸਾਮੀ ਸਰੋਤ ਕਿਉਂਕਿ ਸਾਡੀ ਲੈਂਗੁਏਜਿਸ ਦਾ ਪ੍ਰੋਬਲਮ ਹੈ ਸਾਨੂੰ, ਤਾਂ ਬਹੁਤੇ ਵਿਦਵਾਨਾਂ ਨੇ, ਖਾਸ ਕਰ ਅਜੋਕੇ ਮੇਰੇ ਸਮਕਾਲ ਦੇ ਵਿਦਵਾਨਾਂ ਨੇ ਜੇ ਆਪਾਂ ਕਹਿ ਲਈਏ, ਉਹਨਾਂ ਨੇ ਗੁਰਮੁਖੀ ਸਰੋਤਾਂ ਦਾ ਹੀ ਅਧਿਐਨ ਕੀਤਾ, ਜਾਂ ਪਿੱਛੇ ਵੀ ਬਹੁਤੇ ਗੁਰਮੁਖੀ ਸਰੋਤਾਂ ਦਾ ਹੀ ਅਧਿਐਨ ਕਰਦੇ ਆਏ ਨੇ। ਸੋ ਇਸ ਪ੍ਰਕਾਰ ਗੁਰਮੁਖੀ ਸਰੋਤਾਂ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਯੋਗਦਾਨ ਹੈ, ਬੜੀ ਵੱਡੀ ਇੰਪੋਰਟੈਂਸ ਇਹਨਾਂ ਦੀ। ਗੁਰਮੁਖੀ ਸਰੋਤਾਂ ਨੂੰ ਜੇ ਆਪਾਂ ਹੋਰ ਉਹਦਾ ਡੂੰਘੇ ਨਾਲ ਅਧਿਐਨ ਕਰੀਏ, ਤਾਂ ਇਹਨਾਂ ਦੇ ਵਿੱਚੋਂ ਕੁਝ ਸਮਕਾਲੀ ਸਰੋਤ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ, ਕੁਝ ਨਿਕਟ ਸਮੇਂ ਦੇ ਨੇ, ਅਤੇ ਬਾਕੀ ਸਾਰੇ ਬਾਅਦ ਦੇ ਸਰੋਤ ਨੇ। ਸਮਕਾਲੀ ਸਰੋਤਾਂ ਦੇ ਵਿੱਚੋਂ ਫਰਦਰ ਜੇ ਮੈਂ ਵੰਡ ਕਰਨੀ ਹੋਵੇ, ਤਾਂ ਗੁਰੂ ਸਾਹਿਬ ਦੀ ਆਪਣੀ ਬਾਣੀ ਹੈ, ਇਹਨੂੰ ਆਪਾਂ ਸਰੋਤ ਵਜੋਂ ਇੱਕ ਐਂਗਲ ਤੋਂ ਦੇਖ ਸਕਦੇ ਹਾਂ। ਦੂਜੇ ਉਹਨਾਂ ਦੇ ਹੁਕਮਨਾਮੇ। ਤੀਜਾ ਜਿਹੜਾ ਮੁੱਖ ਸਰੋਤ ਜਿਹਦੇ ਬਾਰੇ ਮੈਂ ਗੱਲ ਕਰਨ ਜਾ ਰਿਹਾ ਹਾਂ, ਉਹ ਹੈ ਭੱਟਵਈਆਂ। ਮੇਰਾ ਇਸ ਪੇਪਰ ਦੇ ਵਿੱਚ ਮੁੱਖ ਪ੍ਰਯੋਜਨ ਹੈ ਜਿਹੜਾ, ਉਹ ਭੱਟਵਈਆਂ ਅੰਦਰ ਮਿਲਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਬੰਧਿਤ ਜਿਹੜੀ ਜਾਣਕਾਰੀ ਹੈ, ਉਹ ਆਪ ਜੀ ਨਾਲ ਸਾਂਝੀ ਕਰਨਾ ਹੈ। ਕਿਸੇ ਕਿਸਮ ਦੇ ਕਟਾਕਸ਼, ਕਿਸੇ ਕਿਸਮ ਦੇ ਵਿਵਾਦ ਦਾ ਇੱਥੇ ਮੈਂ
ਵਿਵਾਦ ਖੜਾ ਕਰਨਾ ਨਹੀਂ ਚਾਹੁੰਦਾ, ਨਾ ਹੀ ਕੋਈ ਕਟਾਕਸ਼ ਕਰਨਾ ਚਾਹੁੰਦਾ। ਜਸਟ ਮੇਰਾ ਇੱਕ ਐਂਗਲ ਹੈ ਦੇਖਣ ਦਾ ਇਹਨਾਂ ਚੀਜ਼ਾਂ ਨੂੰ, ਕਿਉਂਕਿ ਪਿੱਛੇ ਲੰਮੇ ਸਮੇਂ ਤੋਂ ਗੁਰਮੁਖੀ ਸਰੋਤਾਂ ਨੂੰ ਪੜ੍ਹਨ ਪੜ੍ਹਾਉਣ ਦਾ ਜਿਹੜਾ ਰੁਝਾਨ ਹੈ ਉਹ ਬਣਿਆ ਹੋਇਆ ਹੈ। ਸੋ ਇਸ ਪਰਚੇ ਦੇ ਵਿੱਚ ਮੈਂ ਗਿਆਨੀ ਗਰਜਾ ਸਿੰਘ ਦੁਆਰਾ ਜਿਹੜੇ ਭਟਵਈਆਂ ਦੇ ਲਏ ਗਏ ਨੋਟਸ ਨੇ ਉਹਨਾਂ ਨੂੰ ਆਧਾਰ ਬਣਾਇਆ। ਕੌਣ ਗਿਆਨੀ ਗਰਜਾ ਸਿੰਘ ਨੇ ਕਿਵੇਂ ਨੋਟਸ ਲਏ ਅੱਗੇ ਗੱਲ ਕਰਾਂਗੇ। ਜਸਟ ਮੈਂ ਇੱਕ ਇੰਟਰੋਡਕਟਰੀ ਲੈਵਲ 'ਤੇ ਆਪ ਜੀ ਨਾਲ ਸਾਂਝੀ ਗੱਲ ਕਰ ਰਿਹਾ ਹਾਂ ਕਿ ਇਸ ਪਰਚੇ ਦੇ ਵਿੱਚ ਭਟਵਈਆਂ ਜਿਹੜੀਆਂ ਮੂਲ ਨੇ ਭਟ ਅਕਸ਼ਰੀ ਵਿੱਚ ਲਿਖੀਆਂ ਹੋਈਆਂ, ਮੇਰੀ ਪਹੁੰਚ ਨਹੀਂ ਹੋਈ, ਮੇਰੀ ਕੀ ਵੱਡੇ ਵੱਡੇ ਵਿਦਵਾਨਾਂ ਦੀ ਵੀ ਉੱਥੇ ਤੱਕ ਪਹੁੰਚ ਨਹੀਂ ਹੋਈ। ਉਹ ਜਿਹੜੇ ਉਹਨਾਂ ਦੇ ਕਸਟੋਡੀਅਨਸ ਨੇ ਉਹ ਦਿਖਾ ਕੇ ਰਾਜੀ ਨਹੀਂ ਹੈਗੇ। ਸੋ ਗਿਆਨੀ ਗਰਜਾ ਸਿੰਘ ਨੇ ਉਹਨਾਂ ਦੇ ਇੱਕ ਟਾਈਮ 'ਤੇ ਨੋਟਸ ਲਏ ਸੀਗੇ। ਉਹ ਨੋਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬ੍ਰੇਰੀ ਦੇ ਵਿੱਚ ਸੁਰੱਖਿਅਤ ਨੇ। ਉਹਨਾਂ ਨੋਟਸ ਨੂੰ ਬੇਸ ਬਣਾ ਕੇ ਇਹ ਜਿਹੜਾ ਮੈਂ ਪੇਪਰ ਆਪਣਾ ਲਿਖਿਆ। ਭਟਵਈਆਂ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਭੱਟ ਕੌਣ ਸੀਗੇ ਇਹਨਾਂ ਨੂੰ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰਦੇ ਹਾਂ। ਜੇ ਸ਼ਾਬਦਿਕ ਪੱਧਰ 'ਤੇ ਗੱਲ ਕਰੀਏ ਤਾਂ ਭੱਟ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਉਸਤਤ ਪੜ੍ਹਨ ਵਾਲਾ ਕਾਵ, ਅਥਵਾ ਰਾਜ ਦਰਬਾਰ ਵਿੱਚ ਰਾਜਾ ਤੇ ਯੋਧਿਆਂ ਦਾ ਯਸ਼ ਕਹਿਣ ਵਾਲਾ, ਜਸ ਕਹਿਣ ਵਾਲਾ। ਜਿਹੜੇ ਭੱਟ ਸੀਗੇ ਉਹ ਬੇਸਿਕਲੀ ਗੁਰੂ ਪਿਆਰੇ ਖਾਲਸਾ ਜੀ ਉਹ ਬ੍ਰਾਹਮਣ ਜਿਹੜੀ ਵਰਗ ਹੈ ਉਹਦੇ ਨਾਲ ਸੰਬੰਧ ਰੱਖਦੇ ਸੀ। ਅਤੇ ਬ੍ਰਾਹਮਣ ਆਪਣੇ ਜਜਮਾਨਾਂ ਤੋਂ ਆਪਾਂ ਜਾਣਦੇ ਹਾਂ ਦਾਨ ਦਕਸ਼ਨਾ ਲੈ ਕੇ ਆਪਣਾ ਰੁਜ਼ਗਾਰ ਚਲਾਉਂਦੇ ਸੀਗੇ। ਬਹੁਤੇ ਭੱਟ ਬ੍ਰਾਹਮਣ ਕੁਲ ਦੇ ਵਿੱਚੋਂ ਹੋਏ ਨੇ। ਇਹ ਅਕਸਰ ਰਾਜ ਦਰਬਾਰਾਂ ਦੇ ਵਿੱਚ ਰਹਿੰਦੇ ਸਨ। ਯੁੱਧਾਂ ਦੇ ਸਮੇਂ, ਜੰਗਾਂ ਦੇ ਸਮੇਂ ਰਾਜਿਆਂ ਦੁਆਰਾ ਪ੍ਰਾਪਤ ਕੀਤੀਆਂ ਜਿੱਤਾਂ ਉਹ ਜਦੋਂ ਦੇਖਦੇ ਸੀਗੇ ਉਹਨਾਂ ਨੂੰ ਨੋਟ ਡਾਊਨ ਕਰਦੇ ਸੀਗੇ। ਟਾਈਮ ਆਉਣ 'ਤੇ ਉਹਨਾਂ ਦੀ ਕਿਤੇ ਉਸ ਇਵੈਂਟ ਦੀ ਬਰਸੀ, ਸਾਲਾਨਾ ਸਮਾਗਮ ਹੁੰਦੇ ਤਾਂ ਉਹਨਾਂ ਦੇ ਅੱਗੋਂ ਰਾਜਿਆਂ ਦੇ ਜਿਹੜੇ ਉੱਤਰਾਧਿਕਾਰੀ ਹੁੰਦੇ ਸੀਗੇ ਉਹਨਾਂ ਨੂੰ ਉਹਨਾਂ ਦੀਆਂ ਗਾਥਾਵਾਂ ਸੁਣਾ ਕੇ, ਉਹਨਾਂ ਦੇ ਪੂਰਵਜਾਂ ਦੁਆਰਾ ਪ੍ਰਾਪਤ ਕੀਤੀਆਂ ਜਿੱਤਾਂ ਦੀਆਂ ਕਹਾਣੀਆਂ ਸੁਣਾ ਕੇ ਉਹਨਾਂ ਤੋਂ ਅਕਸਰ ਜਿਹੜਾ ਦਾਨ ਦਕਸ਼ਨਾ ਪ੍ਰਾਪਤ ਕਰਦੇ ਸੀਗੇ। ਭੱਟਾਂ ਦੇ ਪਿਛੋਕੜ ਵੱਲ ਝਾਤ ਮਾਰਿਆਂ ਸਾਨੂੰ ਪਤਾ ਚੱਲਦਾ ਹੈ ਕਿ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਭਿੱਖਾ ਨਾਂ ਦੇ ਭੱਟ ਨੇ ਸਿੱਖੀ ਧਾਰਨ ਕੀਤੀ। ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਉਹ ਆਪਣੇ ਕਈ ਭੱਟਾਂ ਨੂੰ ਲੈ ਕੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ। ਇੱਥੇ ਇਹ ਗੱਲ ਸਪਸ਼ਟ ਕਰਨੀ ਬਣਦੀ ਹੈ ਕਿ ਜਿਹੜੇ ਭੱਟਾਂ ਦੀ ਬਾਣੀ, ਭੱਟ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਭੱਟ ਤੇ ਇਹ ਭੱਟ ਡਿਫਰੈਂਟ ਸੀਗੇ, ਅਲੱਗ-ਅਲੱਗ ਸੀਗੇ। ਸੋ ਇਹਨਾਂ ਭੱਟਾਂ ਨੇ ਸਮੇਂ-ਸਮੇਂ 'ਤੇ ਜਿਹੜੇ ਇਵੈਂਟਸ ਇਹ ਦੇਖਦੇ ਸੀਗੇ ਉਹਨਾਂ ਨੂੰ ਜੋ ਨੋਟ ਡਾਊਨ ਕਰਦੇ ਸੀਗੇ ਉਹ ਨੋਟ ਕਰਦੇ ਸੀ ਜਿਹੜੀਆਂ ਪੁਸਤਕਾਂ ਵਿੱਚ, ਕਾਪੀਆਂ ਦੇ ਵਿੱਚ ਉਹ ਸੀਗੇ, ਉਹਨਾਂ ਨੂੰ ਆਪਾਂ ਵਹੀਆਂ ਕਹਿੰਦੇ ਹਾਂ। ਵਹੀ ਸ਼ਬਦ ਦਾ ਸਮਾਨਾਰਥੀ ਹੈ ਜਿਹੜਾ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਵਰਤਿਆ। ਵਹੀ ਸ਼ਬਦ ਲੇਖਾ ਰੱਬ ਮੰਗੇਸੀਆ ਵੇਖਾ ਕੱਢ ਬਹੀ, ਵਹੀ ਦਾ ਸਮਾਨਾਰਥੀ ਸ਼ਬਦ ਹੈ। ਸੋ ਭੱਟ ਸੀਗੇ ਜਿਹੜੇ ਉਹ ਆਪਣੇ ਜਜਮਾਨਾਂ ਦੇ ਖੁਸ਼ੀ ਗਮੀ ਦੇ ਮੌਕਿਆਂ ਦੇ ਉੱਤੇ ਹਾਜ਼ਰ ਹੋ ਕੇ ਵਧਾਈਆਂ ਦੇ ਕੇ ਆਪਣੀ ਲਾਗ ਦਕਸ਼ਨਾ ਲੈਂਦੇ ਸੀ। ਇਸ ਪ੍ਰਕਾਰ ਇਹ ਉਹਨਾਂ ਦਾ ਰੁਜ਼ਗਾਰ ਦਾ ਸਾਧਨ ਵੀ ਸੀ। ਇਸੇ ਕਰਕੇ ਭੱਟ ਲੋਕ ਆਪਣੇ ਕੋਲ ਵਹੀਆਂ ਰੱਖਦੇ ਸੀ ਕਿਉਂਕਿ ਜਿੱਥੇ ਕਿਤੇ ਉਹ ਜਾਂਦੇ ਉਹ ਆਪਣੇ ਜਜਮਾਨਾਂ ਦੇ ਨਾਂ, ਪਤੇ, ਬੰਸਾਵਲੀਆਂ ਨਾਲੋਂ ਨਾਲ ਦਰਜ ਕਰਦੇ ਸੀਗੇ। ਜਿਸ ਕਰਕੇ ਜਦੋਂ ਕੋਈ ਖਾਸ ਘਟਨਾ ਵਾਪਰਦੀ ਸੀ ਤਾਂ ਉਹ ਉਹਦਾ ਪੂਰਾ ਬਿਉਰਾ ਵੀ ਅੰਕਿਤ ਕਰ ਲੈਂਦੇ ਸੀ। ਇਸ ਦਾ ਲਾਭ ਇਹ ਹੁੰਦਾ ਸੀ ਕਿ ਜਦੋਂ ਕੋਈ ਜਜਮਾਨ ਦਾ ਕੋਈ ਖਾਸ ਸਮਾਗਮ ਹੁੰਦਾ ਸੀ ਤਾਂ ਉਹ ਆਪਣੇ ਪਿਛਲੇ ਕੁਰਸੀਨਾਮੇ ਅਤੇ ਕਾਰਨਾਮੇ ਪੜ੍ਹ ਸੁਣਾ ਕੇ ਵਡੇਰਿਆਂ ਦੀਆਂ ਖਾਸ ਵੀਰਤਾਂ ਦੇ ਦਾਨ ਦੇਣ ਵਾਲੀਆਂ ਉੱਭਰਵੀਆਂ ਗੱਲਾਂ ਦੱਸ ਕੇ ਨਵੀਂ ਪੀੜ੍ਹੀ ਦੇ ਮਨ ਵਿੱਚ ਹੁਲਾਸ ਪੈਦਾ ਕਰਦੇ ਸੀਗੇ। ਸੋ ਭੱਟ ਵਹੀਆਂ ਜਿਹੜੀਆਂ ਸੀਗੀਆਂ ਉਹ ਭੱਟਾਂ ਦੇ ਜੀਵਨ ਦਾ ਆਧਾਰ ਸੀ। ਜੀਵਨ ਦਾ ਆਧਾਰ ਹੋਣ ਕਰਕੇ ਬੜੀ ਇਹਨਾਂ ਦੀ ਸੇਫ ਕਸਟਡੀ ਕੀਤੀ ਜਾਂਦੀ ਸੀਗੀ।
ਸਾਂਭ ਸੰਭਾਲ ਹੈ ਜਿਹੜੀ ਬੜੀ ਇੰਪੋਰਟੈਂਟਲੀ ਕੀਤੀ ਜਾਂਦੀ ਸੀ, ਕਿਉਂਕਿ ਉਹਨਾਂ ਦਾ ਰੁਜ਼ਗਾਰ ਨਾਲ ਜੁੜੀਆਂ ਹੋਈਆਂ ਸੀ। ਅੱਜ ਵੀ ਆਪਾਂ ਦੇਖੀਏ ਨਾ, ਜਿਹੜੇ ਵੱਡੇ ਬਿਜ਼ਨਸਮੈਨ ਨੇ ਉਹ ਆਪਣੇ ਅਕਾਊਂਟਸ, ਆਪਣੀ ਲੇਜਰਸ ਮੇਨਟੇਨ ਕਰਦੇ ਆ ਅਤੇ ਬੜੇ ਸੇਫ ਕਸਟਡੀ ਵਿੱਚ ਰੱਖਦੇ ਆ। ਸੋ ਇਹ ਜਿਹੜੇ ਭੱਟ ਵਹੀਆਂ ਨੇ, ਇਹਨਾਂ ਦੇ ਅੰਦਰ ਪੀੜ੍ਹੀ ਦਰ ਪੀੜ੍ਹੀ ਮੋਟੇ ਰੂਪ ਦੇ ਵਿੱਚ ਕਈ ਘਰਾਣਿਆਂ ਦੇ ਜਿਹੜੇ ਹਾਲਾਤ ਉਹ ਲਿਖੇ ਮਿਲਦੇ ਆ। ਇੱਥੇ ਇਹ ਗੱਲ ਮੈਂ ਇੱਕ ਸਪਸ਼ਟ ਕਰ ਦੇਵਾਂ ਕਿ ਜਿਹੜੇ ਭੱਟ ਸੀਗੇ ਇਹ ਕੋਈ ਵਿਦਵਾਨ ਇਤਿਹਾਸਕਾਰ ਨਹੀਂ ਸੀਗੇ, ਜਿਵੇਂ ਕਿ ਪਹਿਲਾਂ ਮਸਲਾ ਉੱਠਿਆ ਸੀਗਾ ਵੀ ਮੈਂ ਮੁੱਢਲੇ ਰੂਪ ਦੇ ਵਿੱਚ ਵੀ ਬੇਨਤੀ ਕੀਤੀ ਹੈ ਕਿ ਕਈ ਤਿੱਥਾਂ ਮਿੱਤਾਂ ਦੀ ਇਹਦੇ ਵਿੱਚ ਸਾਨੂੰ ਨਹੀਂ ਸਪਸ਼ਟ ਰੂਪ 'ਚ ਠੀਕ ਮਿਲਦੀਆਂ। ਤਾਂ ਉਹਦਾ ਇੱਕ ਕਾਰਨ ਇਹ ਹੈ ਕਿ ਇਹ ਲੋਕ ਕੋਈ ਪੜ੍ਹੇ ਲਿਖੇ ਨਹੀਂ ਸੀਗੇ, ਕੋਈ ਇਤਿਹਾਸਕਾਰ ਨਹੀਂ ਸੀਗੇ, ਨਾ ਹੀ ਇਹਨਾਂ ਦਾ ਮੋਟਿਵ ਸੀ ਕੋਈ ਹਿਸਟਰੀ ਡਿਪਿਕਟ ਕਰਨਾ, ਕੋਈ ਹਿਸਟਰੀ ਲਿਖਣਾ। ਜਸਟ ਇਹਨਾਂ ਦਾ ਇਹ ਰੁਜ਼ਗਾਰ ਦਾ ਸਾਧਨ ਸੀਗਾ, ਇਸ ਕਰਕੇ ਇਹ ਚੀਜ਼ਾਂ ਲਿਖਦੇ ਸੀਗੇ। ਦੂਸਰੀ ਗੱਲ, ਇਹ ਭੱਟ ਇਕੱਲੇ ਨਹੀਂ ਰਹਿੰਦੇ ਸੀਗੇ, ਬਲਕਿ ਗਰੁੱਪਸ ਦੇ ਵਿੱਚ ਵਿਚਰਦੇ ਸੀ। ਤਾਂ ਹੀ ਕਰਕੇ ਭੱਟਾਂ ਦੀਆਂ ਜਿਹੜੀਆਂ ਵਹੀਆਂ ਮਿਲਦੀਆਂ ਸਾਨੂੰ, ਉਹ ਵਹੀਆਂ ਇਲਾਕਿਆਂ ਦੇ ਨਾਮ 'ਤੇ ਨੇ, ਜਿਵੇਂ ਭੱਟ ਵਹੀ ਕਰ ਸਿੰਧੂ, ਭੱਟ ਵਹੀ ਭਾਦਸੋਂ, ਭੱਟ ਵਹੀ ਮੁਲਤਾਨੀ ਸਿੰਧੀ, ਕਈ ਨੇ ਭੱਟ ਵਹੀਆਂ, ਮਤਲਬ ਉਹਨਾਂ ਦੇ ਇਲਾਕਿਆਂ ਦੇ ਨਾਮ 'ਤੇ ਇਹਨਾਂ ਦੇ ਨਾਮ ਜਿਹੜੇ ਨੇ ਉਹ ਫੇਮਸ ਨੇ। ਸ਼ਾਇਦ ਇਹਨਾਂ ਦੀ ਇੰਪੋਰਟੈਂਸ ਨੂੰ ਦੇਖਦੇ ਹੋਏ ਇੱਕ ਵਾਰ ਗਿਆਨੀ ਗੁਰਦਿੱਤ ਸਿੰਘ ਜੀ ਨੇ, ਜੇ ਮੈਂ ਗਲਤ ਨਹੀਂ ਤਾਂ ਆਲੋਚਨਾ ਮੈਗਜ਼ੀਨ ਦਾ ਨਾਮ ਹੈ, ਅਤੇ ਸ਼ਾਇਦ 1961 ਦੀ ਛਪੀ ਆ ਉਹ, ਉਹਦੇ ਵਿੱਚ ਉਹਨਾਂ ਦਾ ਇੱਕ ਆਰਟੀਕਲ ਲੱਗਾ ਸੀਗਾ ਭੱਟ ਵਹੀਆਂ 'ਤੇ। ਉਹਦੇ ਵਿੱਚ ਗਿਆਨੀ ਗੁਰਦਿੱਤ ਸਿੰਘ ਜੀ ਨੇ ਆਪਣਾ ਦੁੱਖ ਜਿਹੜਾ ਉਹ ਸਾਂਝਾ ਕੀਤਾ। ਮੈਂ 4-5 ਲਾਈਨਾਂ ਨੇ ਪੜ੍ਹ ਕੇ ਸੁਣਾਉਣਾ। ਉਹ ਲਿਖਦੇ ਨੇ, ਕਹਿੰਦੇ ਪੰਜਾਬ ਦੇ ਭੱਟਾਂ ਬਾਰੇ ਹੁਣੇ ਪ੍ਰਾਪਤ ਹੋਈ ਜਾਣਕਾਰੀ ਸਾਡੀ ਅਖੌਤੀ ਵਿਦਵਤਾ ਦਾ ਪੋਲ ਖੋਲ੍ਹ ਕੇ ਰੱਖ ਦਿੰਦੀ ਹੈ ਕਿ ਅਸੀਂ ਆਪਣੇ ਆਸ-ਪਾਸ ਪਈ ਸਮੱਗਰੀ ਤੋਂ ਕਿੰਨੇ ਬੇਖਬਰ ਅਤੇ ਬੇਪਰਵਾਹ ਹੋ ਕੇ ਤੁਰੇ ਜਾ ਰਹੇ ਹਾਂ। ਸਾਡੇ ਇਤਿਹਾਸ ਤੇ ਸਾਹਿਤ ਦਾ ਜਿਤਨਾ ਕੀਮਤੀ ਮਸਾਲਾ ਅਣਛੋਹਿਆ ਪਿਆ ਹੈ, ਉਸ ਦੀ ਪ੍ਰਾਪਤੀ ਬਿਨਾਂ ਕਾਇਮ ਕੀਤੇ ਸਿਧਾਂਤ ਅਤੇ ਉਹਨਾਂ ਦੇ ਨਿਰਭਰ ਬਹਿਸਾਂ ਤੇ ਪੁਸਤਕਾਂ ਦੀਆਂ ਰਚਨਾਵਾਂ ਬਿਨਾਂ ਨੀਂਹ ਤੇ ਰੇਤ ਦੀਆਂ ਕੰਧਾਂ ਉਸਾਰਨ ਦੇ ਤੁਲ ਹੈ। ਇਹ ਮਤਲਬ ਅੱਜ ਤੋਂ ਦੇਖ ਲਓ 60 ਸਾਲ ਪਹਿਲਾਂ ਤਕਰੀਬਨ ਗਿਆਨੀ ਗੁਰਦਿੱਤ ਸਿੰਘ ਜੀ ਲਿਖ ਗਏ ਸੀਗੇ, ਅਤੇ ਅੱਜ ਵੀ ਇਹ ਸਟੇਟਸ ਜਿਹੜਾ ਜਿਉਂ ਦਾ ਤਿਉਂ ਆ। ਗਿਆਨੀ ਗਰਜਾ ਸਿੰਘ ਦੇ ਹਵਾਲੇ ਨਾਲ ਗੱਲ ਜਿਹੜੀ ਮੈਂ ਕਰਨ ਲੱਗਾ ਉਹ ਇਹ ਹੈ ਕਿ 18ਵੀਂ ਸਦੀ ਦੇ ਅੰਤਲੇ ਦਹਾਕੇ ਦੌਰਾਨ ਭਾਈ ਛੱਜੂ ਸਿੰਘ ਭੱਟ ਨੇ ਗੁਰੂ ਸਾਹਿਬਾਨ ਬਾਰੇ ਮਿਲਦੀਆਂ ਸਾਖੀਆਂ ਦਾ ਗੁਰਮੁਖੀ ਵਿੱਚ ਲਿਪਿਅੰਤਰਨ ਕੀਤਾ। ਕੁਝ ਸਮੇਂ ਬਾਅਦ ਗਿਆਨੀ ਗਰਜਾ ਸਿੰਘ ਜੀ ਨੇ ਉਹਦੀ ਇੱਕ ਉਤਾਰੇ ਦੀ ਨਕਲ ਕਰਕੇ ਇਸ ਅਮੁਲਕ ਖਜ਼ਾਨੇ ਨੂੰ ਪੰਥ ਦੀ ਝੋਲੀ ਪਾਇਆ। ਉਸ ਤੋਂ ਬਾਅਦ ਹੀ ਸਾਡੇ ਸਕਾਲਰਸ ਨੇ, ਚਾਹੇ ਡਾਕਟਰ ਫੌਜਾ ਸਿੰਘ ਹੋਏ, ਚਾਹੇ ਡਾਕਟਰ ਪਿਆਰ ਸਿੰਘ ਨੇ, ਚਾਹੇ ਹੋਰ ਵਿਦਵਾਨ ਨੇ, ਚਾਹੇ ਹੁਣ ਅੱਜ ਪ੍ਰੈਜ਼ੈਂਟਲੀ ਮੈਂ, ਇਹਨਾਂ ਨੋਟਸ ਨੂੰ ਹੀ ਆਧਾਰ ਬਣਾ ਕੇ ਜਿਵੇਂ ਪਹਿਲਾਂ ਦੱਸਿਆ ਆਪਣੀ ਗੱਲ ਕਰਨ ਲੱਗਾ। ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਵਹੀਆਂ ਦੇ ਆਧਾਰ ਉੱਤੇ ਸਮਾਂ ਪਾ ਕੇ ਸਾਡੇ ਸਾਹਮਣੇ ਇੱਕ ਪੁਸਤਕ ਹੋਰ ਆਉਂਦੀ ਹੈ, ਗੁਰੂ ਕੀਆਂ ਸਾਖੀਆਂ। ਇਹ ਪੁਸਤਕ ਵੀ ਤਿਆਰ ਹੁੰਦੀ ਹੈ 18ਵੀਂ ਸਦੀ ਦੇ ਅੰਤ ਸਿੱਖ ਮਿਸਲਾਂ ਦੇ ਸਮੇਂ। ਪਿੰਡ ਭਾਦਸੋਂ ਦੇ ਵਸਨੀਕ ਭਾਈ ਕੇਸਰ ਸਿੰਘ ਭੱਟ ਦੇ 2 ਵਿਦਵਾਨ ਸਪੁੱਤਰ ਸੀਗੇ, ਇੱਕ ਸੀ ਭਾਈ ਸਰੂਪ ਸਿੰਘ, ਇੱਕ ਸੀ ਭਾਈ ਸੇਵਾ ਸਿੰਘ। ਭਾਈ ਸਰੂਪ ਸਿੰਘ ਨੇ ਇਹ ਭੱਟ ਵਹੀਆਂ ਦੀ ਫੋਲਾਫਾਲੀ ਕਰਕੇ ਗੁਰੂ ਸਾਹਿਬਾਨ ਨਾਲ ਮਿਲਦੀਆਂ ਜਿਹੜੀਆਂ ਟੂਕਾਂ ਨੇ ਉਹਨਾਂ ਦੇ ਆਧਾਰ 'ਤੇ 1790 ਈਸਵੀ ਵਿੱਚ ਗੁਰੂ ਕੀਆਂ ਸਾਖੀਆਂ ਜਿਹੜੀ ਹੈ ਪੁਸਤਕ ਤਿਆਰ ਕੀਤੀ ਸੀ, ਜਿਹਨੂੰ ਬਾਅਦ ਵਿੱਚ ਬੜੇ ਹੀ ਸਤਿਕਾਰਯੋਗ ਵਿਦਵਾਨ ਪਿਆਰਾ ਸਿੰਘ ਪਦਮ ਜੀ ਨੇ ਸੰਪਾਦਿਤ ਕੀਤਾ, ਗੁਰੂ ਕੀਆਂ ਸਾਖੀਆਂ ਸਰਲੇਖ ਅਧੀਨ। ਸੋ ਭਾਈ ਛੱਜੂ ਸਿੰਘ ਭੱਟ ਜਿਹੜੇ ਸੀਗੇ, ਉਹਨਾਂ ਦੇ ਦੁਆਰਾ ਕੀਤਾ ਹੋਇਆ ਲਿਪਿਅੰਤਰਨ ਉਹ ਹੀ ਬੇਸ ਬਣਿਆ ਗੁਰੂ ਕੀਆਂ ਸਾਖੀਆਂ ਦਾ ਤੇ ਗਿਆਨੀ ਗਰਜਾ ਸਿੰਘ ਦੇ ਲਏ ਗਏ ਨੋਟਸ ਦਾ। ਇੱਕ ਗੱਲ ਇੱਥੇ ਬੜੀ ਸਪਸ਼ਟ ਹੈ ਕਿ ਜਦੋਂ ਵੀ ਕੋਈ ਵਿਦਵਾਨ ਕੋਈ ਉਤਾਰਾ ਕਰਦਾ, ਕਿਉਂਕਿ ਪਹਿਲਾਂ ਫੋਟੋਸੈਟ ਮਸ਼ੀਨਸ ਤਾਂ ਹੈ ਨਹੀਂ ਸੀਗੀਆਂ, ਹੱਥ ਨਾਲ ਉਤਾਰਾ ਦੇਖ ਕੇ ਨਕਲ ਕਰਨੀ ਹੁੰਦੀ ਸੀ, ਤਾਂ ਉਤਾਰਾ ਕਰਨ ਸਮੇਂ ਵਾਧ ਘਾਟ ਜ਼ਰੂਰ ਹੋ ਜਾਂਦੀ ਹੈ। ਹਿਊਮਨ ਐਰਰ ਹੈ ਜਿਹੜਾ
ਉਹ ਜ਼ਰੂਰ ਉਹਦੀ ਪੋਸੀਬਿਲਿਟੀ ਰਹਿੰਦੀ ਹੈ। ਇਸ ਕਰਕੇ ਇਹ ਆਪਾਂ ਇਸ ਗੱਲ ਨੂੰ ਮੰਨ ਕੇ ਚੱਲਦੇ ਹਾਂ ਕਿ ਉਤਾਰਾ ਕਰਨ ਸਮੇਂ ਤਿੱਥਾਂ ਦੀ ਜਾਂ ਹੋਰ ਘਟਨਾਵਾਂ ਦੀ ਜਿਹੜੀ ਥੋੜ੍ਹੀ ਬਹੁਤੀ ਫੇਰ ਬਦਲ ਹੋ ਗਈ ਹੋਵੇਗੀ ਜਾਂ ਹੋ ਸਕਦੀ ਹੈ। ਵਹੀਆਂ ਦਾ ਇਹ ਸੀ ਥੋੜ੍ਹਾ ਜਿਹਾ ਬੈਕਗਰਾਊਂਡ ਭੱਟ ਵਹੀਆਂ ਦੀ। ਜੇ ਮੈਂ ਭੱਟ ਵਹੀਆਂ ਦਾ ਸਿੱਖ ਇਤਿਹਾਸ ਨਾਲ ਥੋੜ੍ਹਾ ਜਿਹਾ ਆਪਾਂ ਇਹਨੂੰ ਮੇਲ ਕੇ ਜੋੜ ਕੇ ਦੇਖੀਏ ਤਾਂ ਸਿੱਖ ਇਤਿਹਾਸ ਨਾਲ ਭੱਟ ਵਹੀਆਂ ਦਾ ਡੂੰਘਾ ਰਿਸ਼ਤਾ। ਕਿਵੇਂ? ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਕਿ ਗੁਰੂ ਅਮਰਦਾਸ ਪਾਤਸ਼ਾਹ ਹਜ਼ੂਰ ਦੇ ਸਮੇਂ 'ਤੇ ਜਦੋਂ ਭੱਟ ਸਿੱਖੀ ਧਾਰਨ ਕਰਦੇ ਨੇ ਤਾਂ ਉਸ ਤੋਂ ਲੈ ਕੇ 18ਵੀਂ ਸਦੀ ਤੱਕ ਦਾ ਜਿਹੜਾ ਸਿੱਖ ਇਤਿਹਾਸ ਹੈ ਉਹ ਭੱਟ ਵਹੀਆਂ ਵਿੱਚ ਦਰਜ ਹੈ। ਖਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ, ਖਾਸ ਕਰਕੇ ਜੇ ਮੈਂ ਗਲਤ ਨਾ ਹੋਵਾਂ ਭੱਟ ਵਹੀਆਂ ਦੇ ਵਿੱਚ ਜਿਹੜੇ ਨਾਂ ਤੇ ਥਾਂ ਆਏ ਨੇ ਇਹਨਾਂ ਦਾ ਪ੍ਰੋਪਰ ਇੱਕ ਕੋਸ਼ ਬਣ ਸਕਦਾ। ਤੁਸੀਂ ਯਕੀਨ ਕਰਨਾ ਗੁਰੂ ਪਿਆਰੇ ਖਾਲਸਾ ਜੀਓ, ਇੰਨੇ ਨਾਂ ਆਏ ਨੇ ਇੱਥੇ ਮੇਰੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਸੰਬੰਧਿਤ ਨੇ ਉਹ ਵੀ ਮੈਨੂੰ ਪੜ੍ਹ ਕੇ ਦੱਸਣੇ ਪੋਸੀਬਲ ਨਹੀਂ ਹੈਗੇ। ਉਹਨਾਂ ਦਾ ਇੱਕ ਪ੍ਰੋਪਰ ਕੋਸ਼ ਬਣ ਸਕਦਾ ਤੇ ਉਹ ਨਾਮ ਉਹਨਾਂ ਸਿੱਖਾਂ ਦਾ ਵੇਰਵਾ ਕਿਸੇ ਹੋਰ ਸੋਰਸ ਵਿੱਚ ਨਹੀਂ ਆਇਆ ਐਜ਼ ਇਟ ਇਜ਼। ਸੋ ਇਹ ਭੱਟ ਵਹੀਆਂ ਸਾਡੇ ਲਈ ਬਹੁਤ ਹੀ ਇੱਕ ਅਮੁੱਲਕ ਖਜ਼ਾਨਾ ਹੋ ਨਿਬੜਦੀਆਂ। ਗੁਰੂ ਤੇਗ ਬਹਾਦਰ ਸਾਹਿਬ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਭੱਟ ਵਹੀਆਂ ਦੇ ਵਿੱਚ ਜਿਵੇਂ ਕਿ ਮੈਂ ਪਹਿਲਾਂ ਬੇਨਤੀ ਕਰਦਾ ਕਿ ਜਿਹੜਾ ਹੁਣ ਮੈਂ ਗੱਲ ਕਹਿਣ ਲੱਗਾ ਭੱਟ ਵਹੀਆਂ ਦੇ ਹਵਾਲੇ ਵਿੱਚ ਉਹ ਮੇਰਾ ਆਪਣਾ ਕੰਸੈਂਟ ਨਹੀਂ ਹੈ, ਮੇਰੀ ਕੋਈ ਨਿੱਜੀ ਰਾਏ ਨਹੀਂ ਹੈ। ਭੱਟ ਵਹੀਆਂ ਜੋ ਦਰਜ ਕਰ ਰਹੀ ਹਾਂ ਮੈਂ ਉਹ ਦੱਸਣ ਲੱਗਾ। ਠੀਕ ਹੈ ਕਿ ਗਲਤ ਇਹ ਪੰਥ ਨੇ, ਕਿਉਂਕਿ 400 ਸਾਲਾ ਸ਼ਤਾਬਦੀ ਮਨਾ ਰਹੇ ਆਪਾਂ ਤੇ ਸਾਡਾ ਫਰਜ਼ ਬਣਦਾ ਹੈ ਕਿ ਜਦ ਸਾਡੇ ਪੰਥ ਦੇ ਅੰਦਰ ਜਿਹੜੀਆਂ ਦੁਬਿਧਾਵਾਂ ਚੱਲ ਰਹੀਆਂ ਪਈਆਂ ਹੋਈਆਂ ਇਤਿਹਾਸਕ ਇਵੈਂਟਸ ਨੂੰ ਲੈ ਕੇ, ਹਿਸਟੋਰੀਕਲ ਇਵੈਂਟਸ ਨੂੰ ਲੈ ਕੇ, ਉਹ ਦੂਰ ਕੀਤੀਆਂ ਜਾਣ ਇਸ ਮੌਕੇ 'ਤੇ। ਸੋ ਸੋਰਸ ਜਿਹੜੇ ਦੱਸ ਰਹੇ ਨੇ ਉਹ ਦੱਸ ਰਹੇ ਕਿ ਜਿਵੇਂ ਇੱਕ ਧਿਰ ਆਪਣੇ ਪੰਥ ਦੀ ਕਹਿੰਦੀ ਹੈ ਕਿ ਗੁਰੂ ਸਾਹਿਬ ਨੇ ਜਿਹੜਾ ਤਪ ਨਹੀਂ ਕੀਤਾ ਬਾਬੇ ਬਕਾਲੇ ਰਹਿ ਕੇ ਇੰਨੇ ਸਾਲ, 26 ਸਾਲ ਦਾ ਜਿਹੜਾ ਆਪਾਂ ਇਤਿਹਾਸ ਸੁਣਦੇ ਹਾਂ, ਤਾਂ ਇੱਕ ਧਿਰ ਕਹਿੰਦੀ ਹੈ ਇਹਨੂੰ ਕੰਡੈਮ ਕਰਦੀ ਹੈ ਵੀ ਗੁਰੂ ਸਾਹਿਬ ਇੱਕ ਬੰਨੇ ਤਾਂ ਬਾਣੀ ਦੇ ਵਿੱਚ ਕਹਿ ਰਹੇ ਨੇ ਵੀ ਤਪ ਦਾ ਖੰਡਨ ਕਰ ਰਹੇ ਨੇ, ਦੂਜੇ ਬੰਨੇ ਆਪ ਤਪ ਕਰਨਗੇ, ਆਪ ਸਮਾਧੀ ਲਾਉਣਗੇ। ਸੋ ਉਹ ਧਿਰ ਜੇ ਠੀਕ ਹੈ, ਮੈਂ ਆਪਣਾ ਕੰਸਰਨ ਨਹੀਂ ਦੇ ਰਿਹਾ, ਜੇ ਠੀਕ ਹੈ ਤਾਂ ਭੱਟ ਵਹੀ ਇਹ ਦੱਸਦੀ ਹੈ ਕਿ ਗੁਰੂ ਸਾਹਿਬ ਨੇ 1713 ਬਿਕਰਮੀ ਵਿੱਚ ਤੀਰਥ ਯਾਤਰਾ ਤੇ ਜਾਣਾ ਕੀਤਾ ਤੇ ਇਹ ਕਦੋਂ ਗਏ, ਉਹਨਾਂ ਦੇ ਨਾਲ ਕੌਣ ਕੌਣ ਸੀਗਾ, ਇਹ ਸਾਰਾ ਵੇਰਵਾ ਇਸ ਹਵਾਲੇ ਵਿੱਚ ਆਉਂਦਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਬਕਾਲੇ ਜਾਂਦੇ ਨੇ ਤਾਂ ਉੱਥੇ ਬਕਾਲੇ ਤੋਂ ਆਪਣੀਆਂ ਯਾਤਰਾਵਾਂ ਦੀ ਜਿਹੜੀ ਸ਼ੁਰੂਆਤ ਕਰਦੇ ਆ ਤੇ ਇੱਕ ਲੰਮਾ ਸਮਾਂ ਉਹਨਾਂ ਨੇ ਯਾਤਰਾਵਾਂ ਕੀਤੀਆਂ। ਮੈਂ ਫਿਰ ਬੇਨਤੀ ਕਰਦਾ ਕਿ ਇਹ ਕੋਈ ਕਟਾਕਸ਼ ਨਹੀਂ ਕਿ ਗੁਰਿਆਈ ਪਹਿਲਾਂ ਜਿਵੇਂ ਗੱਲ ਹੋਈ ਸੀ ਗੁਰੂ ਬਣਨ ਤੋਂ ਪਹਿਲਾਂ ਹੀ ਚਲੇ ਗਏ ਸੀ ਯਾਤਰਾਵਾਂ ਤੇ। ਗੁਰੂ ਸਮਰੱਥ ਹੈ, ਸਭ ਕੁਝ ਕਰ ਸਕਦਾ। ਇਹ ਸਾਡੀ ਅਲਪ ਬੁੱਧੀ ਹੈ, ਸਾਡੀ ਅਲਪ ਸਮਝ ਹੈ ਕਿ ਆਪਾਂ ਗੁਰੂ ਦੇ ਵਰਤਾਰੇ ਨੂੰ ਉਵੇਂ ਨਹੀਂ ਸਮਝ ਸਕਦੇ। ਜਿਵੇਂ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਸਾਨੂੰ ਦੋ ਤਰ੍ਹਾਂ ਦੇ ਮਤ ਮਿਲਦੇ ਆ ਕਿ ਗੁਰੂ ਨਾਨਕ ਸਾਹਿਬ ਗੁਰੂ ਪ੍ਰਕਾਸ਼ ਸਮੇਂ ਤੋਂ ਹੀ ਗੁਰੂ ਸੀਗੇ ਕਿ ਵੇਈ ਨਦੀ ਤੋਂ ਬਾਅਦ ਗੁਰੂ ਜਿਹੜੇ ਬਣੇ। ਇਸੇ ਪ੍ਰਕਾਰ ਮੈਂ ਉੱਤਰ ਨਹੀਂ ਦੇ ਰਿਹਾ, ਸਿਰਫ ਆਪ ਜੀ ਦੇ ਸਾਹਮਣੇ ਪੁਆਇੰਟ ਰੱਖ ਰਿਹਾ। ਗੁਰੂ ਸਾਹਿਬ ਦੇ ਰੈਫਰੈਂਸ ਮੈਂ ਸਕਿਪ ਕਰਦਾ ਟਾਈਮ ਦੇ ਉਹਨੂੰ ਇੰਪੋਰਟੈਂਸ ਨੂੰ ਮੁੱਖ ਰੱਖਦੇ ਹੋਏ। ਉਸ ਤੋਂ ਬਾਅਦ ਦੀ ਜਿਹੜੀ ਗੱਲ ਗੁਰਿਆਈ ਦੀ ਆਉਂਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਜਾਂਦੀ ਆ, ਬਾਬਾ ਗੁਰਦਿੱਤਾ ਜੀ ਦਿੰਦੇ ਨੇ। ਉਹ ਰੈਫਰੈਂਸ ਸਪਸ਼ਟ ਸਰੂਪ ਦੇ ਵਿੱਚ ਸਾਨੂੰ ਭੱਟ ਵਹੀ ਦੇ ਵਿੱਚੋਂ ਮਿਲਦਾ ਹੈ। ਗੁਰਿਆਈ ਦੇ ਸੰਬੰਧ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਜਿਹੜੀ ਕਰਨੀ ਬਣਦੀ ਆ, ਉਹ ਇਹ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਪਹਿਲਾ ਸਰੂਪ ਨੇ। ਜੇ ਆਪਾਂ ਇਤਿਹਾਸਕ ਪੱਧਰ ਤੇ 10 ਗੁਰੂ ਸਾਹਿਬਾਨ ਨੂੰ ਦੇਖੀਏ, ਜਿਵੇਂ ਪਹਿਲਾਂ ਗੱਲ ਕੀਤੀ ਸੀ ਵੀ ਇੱਕ ਜੋਤ ਨੇ, ਇੱਕ ਗੁਰੂ ਨੇ, ਉਹ ਗੱਲ ਠੀਕ ਹੈ, ਪਰੰਤੂ ਹਿਸਟੋਰੀਕਲ ਵਰਤਾਰਾ ਜਿਹੜਾ ਉਹਨਾਂ ਦਾ, ਉਹਨੂੰ ਜੇ ਆਪਾਂ ਦੇਖੀਏ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਹਿਲੇ ਗੁਰੂ ਨੇ ਜਿਨ੍ਹਾਂ ਨੇ ਆਪਣੇ ਹੱਥੀਂ ਕਹਿ ਲਓ ਆਪਣੀ ਮੌਜੂਦਗੀ ਵਿੱਚ ਗੁਰੂ ਸਾਹਿਬ ਨੂੰ ਨੈਕਸਟ ਗੁਰੂ ਜਿਹੜਾ ਨੈਕਸਟ ਸਕਸੈਸਰ ਹੈ ਜਿਹੜਾ ਉਹਨੂੰ ਦੀ ਚੋਣ ਨਹੀਂ ਕੀਤੀ, ਬਲਕਿ ਸੰਕੇਤਕ ਗੁਰਿਆਈ ਦਿੱਤੀ ਹੈ। ਜਦੋਂ ਸੰਕੇਤਕ ਗੁਰਿਆਈ ਦਿੱਤੀ ਤਾਂ ਬਾਬੇ ਬਕਾਲੇ ਵਿਖੇ ਜਿਹੜੀਆਂ ਮੰਜੀਆਂ ਲੱਗ ਗਈਆਂ, ਆਪਾਂ ਸਾਰਾ ਇਤਿਹਾਸ ਜਾਣਦੇ ਹਾਂ, ਉਹ
ਇੱਕ ਵਰਤਾਰਾ ਸੀ ਕੌਮ ਨੂੰ, ਪੰਥ ਨੂੰ ਇਸ ਗੱਲ ਦੀ ਸਮਝ ਦੇਣ ਦਾ, ਸ਼ਾਇਦ ਕਿ ਮੇਰੇ ਸਿੱਖ ਨੇ ਜਿਹੜੇ ਆਉਣ ਵਾਲੇ ਸਮੇਂ ਤੇ ਇਸ ਗੱਲ ਦੀ ਸਮਝ ਰੱਖ ਸਕਣ ਕਿ ਗੁਰਿਆਈ ਹੈ ਜਿਹੜੀ ਉਹ ਨਿਰੋਲ ਅਧਿਆਤਮਕ ਵਰਤਾਰਾ ਹੈ, ਉਹ ਦੈਵੀ ਵਰਤਾਰਾ ਹੈ, ਉਹ ਦੁਨਿਆਵੀ ਨਹੀਂ। ਇਸ ਗੱਲ ਦੀ ਸਾਨੂੰ ਸਮਝ ਦੇਣ ਲਈ ਗੁਰੂ ਸਾਹਿਬ ਨੇ, ਸ਼ਾਇਦ ਮੇਰੀ ਪਰਸੈਪਸ਼ਨ ਇਹ ਆ ਕਿ ਇਹ ਵਰਤਾਰਾ ਵਰਤਾਇਆ, ਕਿਉਂਕਿ ਇੱਕ ਬੰਨੇ 8 ਸਾਲ ਦਾ ਸਰੀਰ ਰੂਪ ਦੇ ਵਿੱਚ ਗੁਰੂ ਹੈ, ਇੱਕ ਬੰਨੇ ਵਡੇਰੀ ਉਮਰ 'ਚ ਗੁਰੂ ਹੈ, ਗੁਰੂ ਅਮਰਦਾਸ ਜੀ। ਸੋ ਦੁਨਿਆਵੀ ਪੱਧਰ ਤੇ ਗੁਰਿਆਈ ਦਾ ਉਮਰ ਦੇ ਨਾਲ, ਸਰੀਰ ਦੇ ਨਾਲ ਕਿਸੇ ਹੋਰ ਪੱਖ ਤੋਂ ਕੋਈ ਸੰਬੰਧ ਨਹੀਂ। ਨਿਰੋਲ, ਜਿਵੇਂ ਭਾਈ ਗੁਰਦਾਸ ਜੀ ਲਿਖਦੇ, ਦਾ ਤੇ ਜੋ ਤੇ ਖਸਮੈ ਵਡਿਆਈ। ਸੋ ਇਹ ਜਦੋਂ ਵਰਤਾਰਾ ਵਰਤਦਾ, ਮੰਜੀਆਂ ਲਗਾ ਕੇ ਬੈਠ ਜਾਂਦੇ ਆ ਮਸੰਦ, ਤਾਂ ਉਸ ਟਾਈਮ ਤੇ ਭਾਈ ਮੱਖਣ ਸ਼ਾਹ ਜੀ ਦੁਆਰਾ ਜਿਹੜਾ ਗੁਰੂ ਸਾਹਿਬ ਆਪਣੇ ਆਪ ਨੂੰ ਪ੍ਰਕਾਸ਼ਮਾਨ ਕਰਦੇ ਆ, ਪ੍ਰਗਟ ਕਰਦੇ ਆ, ਉਹਦੇ ਬਾਰੇ ਵੀ ਜਿਹੜਾ ਇਹਦੇ ਵਿੱਚ ਹਵਾਲਾ ਮਿਲਦਾ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੁੰਦਾ। ਇੱਥੇ ਮੈਂ ਥੋੜ੍ਹਾ ਜਿਹਾ ਸਟ੍ਰੈਸ ਦਊਂਗਾ। ਭਟਵਈਆਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਸਾਹਿਬ ਵਿਖੇ ਸੰਮਤ 1718 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਰਸਾਇਆ ਗਿਆ। ਬੇਸ਼ੱਕ ਇੱਥੇ ਫਿਰ ਮੈਂ ਉਹੀ ਗੱਲ ਕਰਦਾ, ਡੇਟ ਦੀ ਗੜਬੜ ਹੈ, ਪਰੰਤੂ ਜਿਹੜਾ ਪੁਆਇੰਟ 'ਤੇ ਮੈਂ ਸਟ੍ਰੈਸ ਦੇਣਾ ਚਾਹੁੰਦਾ, ਸਾਡੇ ਵਿਦਵਾਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਪਨ ਦਾ ਨਾਮ ਗੋਬਿੰਦ ਰਾਏ ਦੱਸਿਆ। ਭਟਵਈ ਇੱਕੋ ਇੱਕ ਪਹਿਲਾ ਸੋਰਸ ਹੈ ਜਿਹੜਾ ਇਹ ਦੱਸਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਪਨ ਦਾ ਨਾਮ ਗੋਬਿੰਦ ਦਾਸ ਸੀ, ਰਾਏ ਨਹੀਂ। ਮੈਂ ਪੜ੍ਹ ਕੇ ਸੁਣਾਉਣਾ। गुरु तेग बहादुर जी बेटा गुरु हरगोबिंद जी महल छठे का पोता गुरु अर्जन जी का सोडी खत्री के गृह में माता गुजरी जी के उधर थी। नगर पटना में संबत 1718 पोख मासे सुदी सप्त में बुधवार पहर रात रही एक चमत्कारी बाल पैदा हुआ जिसका नाम श्री गोविंद दास राखा। सो इनकी सानू जिहड़ी गवाही है इस पॉइंट की गुरु पातशाह की अपनी बाणी विचों मिलती है, जिथे गुरु साहब लिखते हैं सगल द्वार को छाड़ के गए हो तुहार द्वार बाहें गए की लाज अस गोबिंद दास तुहार। इस वर्णन दे विच भटवईयां दे विच अगे गुरु साहब का गुरु तेग बहादुर साहब जी का कीरतपुर साहब जाना, श्री आनंदपुर साहब की स्थापना, फिर गुरु तेग बहादुर साहब जी का ਅੰਮ੍ਰਿਤਸਰ साहब जाना, राणी जिहड़ी चंपा है उनके सद्दे ते बिलासपुर जाना, माता नानकी जी के नाम ते पिंड वसाउणा, ये सारिया गल्लां दा बड़ा स्पष्ट हवाले सानू मिलते हैं। ये सारे हवाले स्किप करता होया मैं गुरु तेग बहादुर साहब की शहादत के जिहड़ा एस्पैक्ट है भटवईयां दे विच उहदे विच आउणा। गुरु तेग बहादुर साहब जी कोल कश्मीरी ब्राह्मण आउंदे आ, आपां सारे इतिहास जानते हैं किस प्रकार। सर मैनूं थोड़ा इशारा देना टाइम का प्लीज़। इतिहास असीं जानते हैं कि पंडित कृपा राम की अगवाई विच कश्मीर तो जिहड़े ब्राह्मण लोग वो पहुँचते आ, तां इस दी प्रौढ़ता करते हुए भटवई है जिहड़ी वो लिखती है कि कृपा राम बेटा अड़ू राम का। देखो उहदे पिछोकड़ तो गल शुरू हो रही है। जिवें पहलां बेनती की है कि भटवईयां दे विच नाम बड़े मिलते हैं। कृपा राम बेटा अड़ू राम का, पोता नारायण दास का, पड़पोता ब्रह्मदास का, वंश ठाकुर दास की, भारद्वाजी गोत्रा सारसुत दत्त ब्राह्मण, बासी मटन परगना श्रीनगर देश, कश्मीर खोड़स मुखी कश्मीरी ब्राह्मणों को संग लेके चक नानकी आया। प्रगना कहलूर में संबत 1732 जेठ मासे सुदी एकादशी के देहो। गुरु तेग बहादुर जी महलनामा ने इन्हें धीरज दई। सो गुरु तेग बहादुर जी कोल ब्राह्मणों का आना, अगों गुरु साहब का उन्होंने दी हथ फड़ना, उन्होंने हथ फड़ना ते अपनी शहादत देनी प्रवान करनी, ये सारा जड़ा स्टोरी है या सारे इवेंट्स ने बाखूबी सानू भटवईयां दे विचों मिलते हैं। गुरु साहब गुरु 10वें पातशाह गोबिंद दास जी नू गुरियाई दे के
ਅੱਗੇ ਆਪਣੀ ਸ਼ਹਾਦਤ ਨੂੰ ਜਦੋਂ ਚਾਲਾ ਮਾਰਦੇ ਆ ਤਾਂ ਉਸ ਪਰਥਾਏ ਵੀ ਇਹਦੇ ਵਿੱਚ ਭਟਵਈ ਦੇ ਵਿੱਚ ਬਾਖੂਬੀ ਸਾਨੂੰ ਪਤਾ ਚੱਲਦਾ। ਇੱਥੇ ਇੱਕ ਗੱਲ ਜਿਹੜੀ ਗੌਰਤਲਬ ਹੈ, ਮੈਂ ਭਟਵਈ ਦੇ ਘੇਰੇ ਤੋਂ ਥੋੜ੍ਹਾ ਜਿਹਾ ਬਾਹਰ ਨਿਕਲਣ ਲੱਗਾ ਫਿਰ, ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਿਆਈ ਦੇਣਾ, ਤੇ ਇਸ ਗੱਲ ਨਾਲ ਸਾਰੇ ਸਾਡੇ ਇਤਿਹਾਸਕਾਰ ਸਹਿਮਤ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਖਸੀ ਗੁਰਿਆਈ ਨੂੰ ਖਤਮ ਕੀਤਾ ਸੀ। ਜਿਹੜਾ ਸਰੀਰਕ ਗੁਰੂ ਹੈ ਉਹਨੂੰ ਖਤਮ ਕਰਕੇ ਗੁਰੂ ਗ੍ਰੰਥ ਤੇ ਪੰਥ ਨੂੰ ਗੁਰਿਆਈ ਬਖਸ਼ੀ। ਮੈਂ ਸਟ੍ਰੈਸ ਦੇ ਰਿਹਾ ਇਸ ਗੱਲ ਤੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਤੇ ਪੰਥ ਨੂੰ ਜਿਹੜੀ ਹੈ ਗੁਰਿਆਈ ਬਖਸ਼ੀ ਸੀ। ਉਹਦਾ ਹਵਾਲਾ ਭਟਵਈਆਂ ਵਿੱਚੋਂ ਵੀ ਮਿਲਦਾ ਤੇ ਹੋਰ ਸੋਰਸਿਸ ਵਿੱਚੋਂ ਮਿਲਦਾ। ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਸਾਡੇ ਰਾਗੀ ਢਾਡੀ ਪ੍ਰਚਾਰਕ ਵਿਦਵਾਨ ਸਭ ਬਹੁਤੇ ਕਰਕੇ, ਐਕਸੈਪਸ਼ਨਸ ਆਰ ਆਲਵੇਜ਼ ਦੇਅਰ, ਬਹੁਤੇ ਕਰਕੇ ਇਸ ਗੱਲ ਦੀ ਜਿਹੜਾ ਪ੍ਰਚਾਰ ਕਰਦੇ ਕਿ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਗਈ। ਪੰਥ ਦੀ ਗੁਰਿਆਈ ਨੂੰ ਮਨਫੀ ਕੀਤਾ ਜਾ ਰਿਹਾ। ਉਹ ਕਿਸੇ ਸਾਜ਼ਿਸ਼ ਅਧੀਨ ਹੈ ਕਿ ਇਗਨੋਰੈਂਸ ਅਧੀਨ ਹੈ, ਇਹ ਪੰਥ ਜਾਣੇ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਿਆਈ ਦੇ ਕੇ ਜਦੋਂ ਗੁਰੂ ਸਾਹਿਬ ਗ੍ਰਿਫਤਾਰੀਆਂ ਦੀ ਗੱਲ ਚੱਲੀ ਸੀਗੀ ਤਾਂ ਭਟਵਈਆਂ ਦੇ ਵਿੱਚ ਵੀ ਪਹਿਲੀ ਗ੍ਰਿਫਤਾਰੀ ਜਿਹੜੀ ਹੈ ਉਹ ਧਮਧਾਨ ਸਾਹਿਬ ਵਿਖੇ ਦਰਸਾਈ ਗਈ ਹੈ। ਉਸ ਤੋਂ ਬਾਅਦ ਨਜ਼ਰਬੰਦ ਰਹਿੰਦੇ ਗੁਰੂ ਸਾਹਿਬ 2 ਮਹੀਨੇ, ਉਹਦਾ ਵੀ ਵੇਰਵਾ ਭਟਵਈਆਂ ਦੇ ਵਿੱਚ ਮਿਲਦਾ। ਅਸਾਮ ਦੇਸ਼ ਜਾਂਦੇ ਆ, ਉੱਥੋਂ ਦਿੱਲੀ ਆਉਂਦੇ ਆ, ਉਹ ਵੇਰਵਾ ਵੀ ਮਿਲਦਾ। ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫਤਾਰੀ ਹੁੰਦੀ ਹੈ ਸੈਕਿੰਡ ਟਾਈਮ, ਉਹ ਵੀ ਵੇਰਵਾ ਮਿਲਦਾ। 2 ਟਾਈਮ ਗ੍ਰਿਫਤਾਰੀ ਭਟਵਈਆਂ ਵਿੱਚ ਦਿਖਾਈ ਗਈ ਆ। ਉਸ ਤੋਂ ਬਾਅਦ ਜਿਹੜੇ ਗੁਰੂ ਸਾਹਿਬ ਨਾਲ 3 ਪ੍ਰੋਮੀਨੈਂਟ ਸਿੱਖ ਨੇ, ਉਹਨਾਂ ਦੀ ਸ਼ਹੀਦੀ ਦਾ ਵੀ ਭਾਈ ਦਇਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਤਿੰਨਾਂ ਦੀ ਸ਼ਹੀਦੀ ਦਾ ਵੇਰਵਾ ਵੀ ਭਟਵਈ ਸਾਨੂੰ ਦਿੰਦੀ ਹੈ। ਟਾਈਮ ਹੈ ਨਹੀਂ ਜਿਹੜਾ ਮੈਂ ਰੈਫਰੈਂਸਿਸ ਪੜ੍ਹ ਕੇ ਦੱਸਾਂ, ਜਸਟ ਇਸ਼ਾਰੇ ਮਾਤਰ ਹੈ ਵੀ ਸਾਡੇ ਕੋਲ ਇਵੈਂਟਸ ਜਿਹੜੇ ਸਾਰੇ ਉਹ ਪੂਰੇ ਮਤਲਬ ਬੜੇ ਸਿਗਨੀਫਿਕੈਂਟ ਨੇ ਤੇ ਬੜੇ ਸਿਸਟਮੈਟਿਕ ਵੇ ਨਾਲ ਉਵੇਂ ਹੀ ਜਿਵੇਂ ਵਾਪਰੇ ਉਸੇ ਹੀ ਸੀਕੁਐਂਸ ਦੇ ਵਿੱਚ ਦਰਜ ਕੀਤੇ ਗਏ ਨੇ। ਲਾਸਟ ਜਿਹੜੀ ਗੱਲ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਆਉਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਪ੍ਰਸੰਗ ਵਿੱਚ ਸਾਰੀਆਂ ਆਪਾਂ ਗੱਲਾਂ ਜਾਣਦੇ ਹਾਂ। ਨਾਲੋਂ ਨਾਲ ਜਿਹੜਾ ਹੋਰ ਸੋਰਸਿਸ ਜਿੱਥੇ ਦੱਸ ਰਹੇ ਨੇ, ਮੈਂ ਪਹਿਲਾਂ ਦੱਸਿਆ ਸੀ ਗੁਰੂ ਕੀਆਂ ਸਾਖੀਆਂ ਵੀ ਡਿਨੋਟ ਕਰ ਰਹੀਆਂ ਸਾਰੀਆਂ ਇਵੈਂਟਸ ਨੂੰ। ਪੇਪਰ ਦੇ ਵਿੱਚ ਮੈਂ ਸਾਰੇ ਰੈਫਰੈਂਸਿਸ ਕੋਟ ਕੀਤੇ ਆ। ਤਾਂ ਗੁਰੂ ਸਾਹਿਬ ਦਾ ਜਿਹੜਾ ਜਦੋਂ ਸ਼ਹਾਦਤ ਵਾਪਰਦੀ ਹੈ, ਇੱਥੇ ਮੈਂ ਇੱਕ ਗੱਲ ਕਰਾਂਗਾ ਜ਼ਰੂਰ। ਤਾਂ ਕਈ ਹਿਸਟੋਰੀਅਨਸ ਨੇ ਜਾਂ ਵਿਦਵਾਨਾਂ ਨੇ ਵੀ ਲਿਖਿਆ ਵੀ ਗੁਰੂ ਸਾਹਿਬ ਨੂੰ ਜਦੋਂ ਇਹ ਕਿਹਾ ਗਿਆ ਵੀ ਤੁਸੀਂ ਕਰਾਮਾਤ ਦਿਖਾਓ ਨਹੀਂ ਤਾਂ ਸ਼ਹੀਦ ਹੋਣਾ ਪ੍ਰਵਾਨ ਕਰੋ, ਤਾਂ ਗੁਰੂ ਸਾਹਿਬ ਨੇ ਸਾਫ਼ ਇਨਕਾਰ ਕੀਤਾ ਵੀ ਕਰਾਮਾਤ ਨਹੀਂ, ਸ਼ਹਾਦਤ ਪ੍ਰਵਾਨ ਹੈ, ਮਰਨਾ ਪ੍ਰਵਾਨ ਹੈ। ਤਾਂ ਉਸ ਮੌਕੇ 'ਤੇ ਕਹਿੰਦੇ ਨੇ, ਭਟਵਈ ਦੱਸ ਰਹੀ ਹੈ ਜਾਂ ਹੋਰ ਸੋਰਸਿਸ ਵੀ ਦੱਸਦੇ ਆ ਕਿ ਗੁਰੂ ਸਾਹਿਬ ਨੇ ਜਦੋਂ ਜਲਾਦ ਨੇ ਉਹ ਤਲਵਾਰ ਚਲਾਉਣ ਲੱਗਾ ਤਾਂ ਉਹਨੂੰ ਕਿਹਾ ਵੀ ਆਪਣੀ ਤਲਵਾਰ ਦੀ ਨੋਕ 'ਤੇ ਇੱਕ ਧਾਗਾ ਬੰਨ੍ਹ ਲੈ। ਧਾਗਾ ਬੰਨ੍ਹਿਆ ਗਿਆ ਤਾਂ ਜਦੋਂ ਕਹਿੰਦੇ ਨੇ ਵੀ ਜਦੋਂ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਲਹਿਦਾ ਹੋਇਆ ਤਾਂ ਉਹ ਧਾਗਾ ਜਿਹੜਾ ਤਲਵਾਰ ਨਾਲੋਂ ਟੁੱਟਿਆ ਨਹੀਂ ਸੀ। ਤਾਂ ਉਸ ਦਾ ਜਿਹੜਾ ਵੇਰਵਾ ਸਾਨੂੰ ਭਟਵਈ ਵੀ ਦੇ ਰਹੀ ਹੈ। ਮੈਂ ਫਿਰ ਬੇਨਤੀ ਕਰਦਾ ਕਿ ਠੀਕ ਕੀ ਹੈ ਗਲਤ ਕੀ ਹੈ, ਮੈਂ ਇਹਦਾ ਆਪਣਾ ਜਿਹੜਾ ਉਹ ਨਹੀਂ ਦੇ ਰਿਹਾ, ਆਪਣਾ ਕੰਸੈਂਟ ਨਹੀਂ ਦੇ ਰਿਹਾ। ਜੋ ਵਹੀ ਇਹਦੇ ਵਿੱਚ ਲਿਖਿਆ ਗਿਆ ਜਾਂ ਹੋਰ ਸੋਰਸਿਸ ਦੱਸਦੇ ਨੇ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਤਾਂ ਇਹ ਭਟਵਈ ਦੱਸਦੀ ਹੈ ਕਿ ਜਦੋਂ ਗੁਰੂ ਸਾਹਿਬ ਦਾ ਸੀਸ ਹੈ ਜਿਹੜਾ ਉਹ ਜੁਦਾ ਹੋਇਆ ਧੜ ਨਾਲੋਂ, ਤਾਂ ਉੱਥੇ 3 ਸਿੱਖਾਂ ਦੇ ਨਾਮ ਆ ਰਹੇ ਨੇ। ਆਪਾਂ ਭਾਈ ਜੈਤਾ ਜੀ ਨੂੰ ਸਿਰਫ ਜਾਣਦੇ ਹਾਂ, 2 ਨਾਮ ਹੋਰ ਨੇ ਇੰਪੋਰਟੈਂਟ। ਕਹਿੰਦੇ ਭਾਈ ਜੈਤਾ ਜੀ, ਭਾਈ ਨਾਨੂ ਜੀ ਤੇ ਭਾਈ ਉਦਾ ਜੀ, 3 ਸਿੱਖ ਸੀਗੇ ਜਿਨ੍ਹਾਂ ਨੇ ਕਲੈਕਟਿਵਲੀ ਇਹ ਜਿਹੜਾ ਮਹਾਰਾਜ ਦਾ ਸੀਸ ਹੈ ਜਿਹੜਾ ਉਹ ਉੱਥੋਂ ਪਿਕ ਕੀਤਾ ਤੇ ਅੱਗੇ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹਜ਼ੂਰ ਦੇ ਜਿਹੜੀ ਆ ਉਹ ਉਹਨਾਂ ਦੀ ਮੌਜੂਦਗੀ ਵਿੱਚ ਲੈ ਕੇ ਗਏ। ਸੋ ਉਸ ਉਪਰੰਤ ਭਟਵਈ ਇੱਕ ਸਾਨੂੰ ਹੋਰ ਨਵੀਂ ਗੱਲ ਦੱਸ ਰਹੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਿਮਿਤ ਫਿਰ ਗੁਰੂ ਘਰ ਦੇ ਵਿੱਚ ਜਿਹੜਾ ਪਾਠ ਵੀ ਰੱਖਿਆ ਗਿਆ, ਪਾਠ ਦਾ ਭੋਗ ਪਾਏ ਗਏ ਅਖੰਡ ਪਾਠ ਸਾਹਿਬ ਦੇ। ਤਾਂ ਉਹ ਵੀ ਸਾਨੂੰ ਜ਼ਿਕਰ, ਅਖੰਡ ਪਾਠ ਮੈਂ ਸ਼ਬਦ ਕੋਲੋਂ ਅਖੰਡ ਵਰਤ ਰਿਹਾ, ਪਾਠ ਦਾ ਵੇਰਵਾ ਆਉਂਦਾ। ਹੁਣ ਪਾਠ ਰੱਖਿਆ ਗਿਆ, ਇਹਦਾ ਭੋਗ ਪਾਇਆ ਗਿਆ, ਮੈਨੂੰ ਕਲੀਅਰ ਨਹੀਂ ਹੈ ਵੀ ਇਹ ਕਿਹੜਾ ਪਾਠ ਤੇ ਕਿਵੇਂ ਹੋਇਆ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ
प्रसंग विच एक गल ये करनी बनती है कि बाबा जी ने बड़ा ही सिरलेख है सोच समझ के लिखा रखा है। प्रगट पए गुरु तेग बहादुर सगल सिष्ट पै ढापी चादर। कवि सैनापत जी इन्होंने ग्रंथ लिखा श्री गुरु शोभा। उनके विचों ये पंक्तियां जड़ियाँ अज के इस सैमीनार का जड़ा थीम है वो लईयां गईयां। गुरु प्यारे खालसा जी 400 साल मना रहे हैं। मैं जिथे भी गुरु साहब बख्शिश कर रहे हैं, कोई परचा पढ़न जा रहे हैं, उत्थे हर स्टेज तो ये बेनती करता आ रहा संगत नूं कि 400 साल मना रहे हैं, घट्टो घट्ट आपां इस गल प्रति कॉन्शियस हो जाइए। आपां इगनोरेंटली अनजाने वस या कई बार शरारत वस ये कहा जाता कि गुरु तेग बहादुर हिंद की चादर। सवेरे साडे एक सज्जन भी स्टेज तो नाम लै गए हिंद की चादर कह के गुरु साहब नूं। ये साडी मैं पहलां बेनती की साडी इगनोरेंस का भी हिस्सा तो एक लैवल ते शरारत का भी हिस्सा। तो वो साडा क्योंकि अज आइडेंटिटी क्राइसिस चल रहा है गुरु प्यारे खालसा जी। आइडेंटिटी क्राइसिस के मद्देनज़र मैं ये बचन आप जी के नाल साझे कर रहा कि गुरु तेग बहादुर हिंद की चादर नहीं। कवि सैनापत समकाली हुए ने गुरु गोबिंद सिंह महाराज दे, उन्होंने स्पष्ट लिखा प्रगट पए गुरु तेग बहादुर सगल सिष्ट पै ढापी चादर। सारी सृष्टि लई उन्होंने अपना जड़ा शहादत दी सी। सो इन्नियां को बेनतियां नाल मैं खिमा जाचना करदा। बहुत बहुत धन्यवाद मेरे अति सत्कारयोग टीचर डॉक्टर सरबजिंदर सिंह जी, डॉक्टर परमवीर सिंह जी, जिन्हों ने नलायक बच्चे नूं इत्थे मौका दिता बोलन का। संत बाबा अमीर सिंह जी का बहुत बहुत धन्यवाद, जिन्हों ने आए वारी ही वैसे तो आए साल ही यह याद करते हैं इस अपने नलायक बच्चे नूं थापड़ा देंदे ने। सो अंत विच कोटान कोट धन्यवाद श्री गुरु ग्रंथ साहिब पातशाह का, जिन्हों ने अपनी सूझबूझ जिन्नी को बख्शी उस सदका आप जी नाल अपने विचार रख सकिया। भुल चुक दी खिमा। वाहिगुरू जी का खालसा, वाहिगुरू जी की फतेह।